ਅਰਸ਼ਦੀਪ ਨੂੰ ਲੈ ਕੇ ਕਿਉਂਕਿ ਲਗਾਤਾਰ ਉਸ ਉੱਤੇ ਟਰੋਲ ਕੀਤੇ ਜਾ ਰਹੇ ਨੇ ਤੇ ਖਾਲਿਸਤਾਨੀ ਜਾਂ ਬਹੁਤ ਸਾਰੇ ਹੋਰ ਇਲਜ਼ਾਮ ਜਿਹੜੇ ਨੇ ਉਹ ਲਾਉਣੇ ਸ਼ੁਰੂ ਕਰ ਦਿੱਤੇ ਗਏ। ਮਾਨ ਸਾਹਿਬ ਦੇ ਇਲਜ਼ਾਮਬਾਜ਼ੀਆਂ ਲੱਗਦੀਆਂ ਨੇ, ਖਾਲਿਸਤਾਨੀ ਜਾਂ ਹੋਰ ਬਹੁਤ ਸਾਰੀਆਂ ਸ਼ਬਦਾਵਲੀਆਂ ਉਹਦੇ ਲਈ ਵਰਤੀਆਂ ਜਾ ਰਹੀਆਂ, ਉਸ ਨੂੰ ਕਿਸ ਤਰੀਕੇ ਨਾਲ? ਖਾਲਿਸਤਾਨੀ ਕਿਸੇ ਨੂੰ ਕਹਿਣਾ ਮੈਂ ਸਮਝਦਾ ਬੜੇ ਫਖਰ ਦੀ ਗੱਲ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਖੜਾ ਕੀਤਾ ਸੀ ਜਾਤ ਪਾਤ ਨੂੰ ਭੰਗ ਕਰਕੇ ਬਰਾਬਰਤਾ ਦੇ ਨਾਲ, ਜਿਹੜਾ ਆਪਣੇ ਪਾਰਲੀਮੈਂਟ 'ਚ ਕਹਿੰਦਾ ਹੈ ਕਿ ਖਾਲਿਸਤਾਨ ਸ਼ਬਦ ਤੁਸੀਂ ਵਰਤ ਹੀ ਨਹੀਂ ਸਕਦੇ। ਇਹ ਬਹੁਤ ਕਾਇਰ ਤੇ ਡਰਪੋਕ ਦੇਸ਼ ਹੈ। ਟੈਰਰਿਜ਼ਮ ਦੇ ਤੌਰ ਤੇ ਇਸ ਸ਼ਬਦ ਨੂੰ ਜੋੜਦੇ ਨੇ ਸਾਡੇ ਸਿੱਖਾਂ ਨਾਲ ਜਾਂ ਸਿੱਖ ਸ਼ਖਸੀਅਤ। ਇਹ ਭਾਰਤ ਦੇਸ਼ ਨੇ ਮੁੱਢ ਤੋਂ ਸਾਡੀ ਡੈਫਾਮੇਸ਼ਨ ਕੀਤੀ ਹੋਈ ਹੈ। ਮੈਂ ਤਾਂ ਹਮੇਸ਼ਾ ਆਪਣੇ ਆਪ ਨੂੰ ਸਿੱਖ ਸਮਝਿਆ। ਮੈਨੂੰ ਜੇ ਕੋਈ ਕਹਿੰਦਾ ਸਿੱਖ ਪਲੇਅਰ, ਮੈਂ ਤਾਂ ਮਾਣ ਮਹਿਸੂਸ ਕਰਦਾ। ਖਾਲਸਾ ਪਲੇਅਰ ਕਹਿੰਦਾ ਮੈਂ ਹੋਰ ਮਾਣ ਮਹਿਸੂਸ ਕਹਿੰਦਾ, ਖਾਲਿਸਤਾਨੀ ਪਲੇਅਰ ਕਹਿੰਦਾ ਤਾਂ ਮੈਂ ਉਸ ਤੋਂ ਵੱਧ ਮਾਣ ਮਹਿਸੂਸ ਆ। ਜਿਹੜੇ ਕਹਿੰਦੇ ਆ ਖਾਲਿਸਤਾਨੀ ਅਰਸ਼ਦੀਪ ਨੂੰ, ਉਹ ਸਾਨੂੰ ਵੀ ਕਹਿ ਦੇਣ ਤੇ ਅਸਲ 'ਚ ਸਾਨੂੰ ਬਣਾ ਦੇਣ, ਫਿਰ ਸਾਡਾ ਰਾਜ ਹੋਊਗਾ, ਫਿਰ ਅਸੀਂ ਆਪਣਾ ਕੰਮ ਸਹੀ ਤਰੀਕਾ ਕਰਾਂਗੇ। ਪੀਟੀਸੀ ਚੈਨਲ ਕਬਜ਼ੇ ਕਰੀ ਬੈਠਾ ਹੈਗਾ। ਹਰਮੰਦਰ ਸਾਹਿਬ ਦੀ ਗੁਰਬਾਣੀ, ਹਰਮੰਦਰ ਸਾਹਿਬ ਦੇ ਕੀਰਤਨ ਦਰਬਾਰ ਸਾਰੇ ਬਾਦਲ ਪਰਿਵਾਰ ਆਪਣੇ ਚੈਨਲ 'ਚ ਲੁੱਟ ਕੇ ਉੱਥੇ ਦਰਸ਼ਕ ਵਧਾ ਦਿੰਦਾ। ਆਰਐਸਐਸ ਦਾ ਬੰਦਾ ਕਹਿੰਦਾ ਸਿੱਖ ਤਾਂ ਤਬਦੀਲ ਹੋਈ ਜਾਂਦਾ। ਹੋਣੀ ਹੀ ਹੈ ਜਦ ਤੁਸੀਂ ਗੰਦ ਸਾਡੇ ਗੁਰੂ ਘਰਾਂ 'ਚ ਵਾੜਤਾ। ਬਾਬਾ ਬੰਦਾ ਸਿੰਘ ਬਹਾਦਰ ਮੁੜ ਕੇ ਆਊ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਟੀਵੀ ਪੰਜਾਬ, ਮੈਂ ਤੁਹਾਡਾ ਜਸਪ੍ਰੀਤ ਸਿੰਘ ਆਸ਼ਕ। ਗੱਲ ਕਰਾਂਗੇ ਅਰਸ਼ਦੀਪ ਨੂੰ ਲੈ ਕੇ ਕਿਉਂਕਿ ਲਗਾਤਾਰ ਉਸ ਉੱਤੇ ਟਰੋਲ ਕੀਤੇ ਜਾ ਰਹੇ ਨੇ। ਜੇ ਕਹੀਏ ਕਿ ਪਾਕਿਸਤਾਨ ਨਾਲ ਮੈਚ ਦੌਰਾਨ ਪ੍ਰਦਰਸ਼ਨ ਜਿਹੜਾ ਉਹ ਕਿਤੇ ਨਾ ਕਿਤੇ ਡਾਮਾਡੋਲ ਹੋਇਆ ਤੇ ਖਾਲਿਸਤਾਨੀ ਜਾਂ ਬਹੁਤ ਸਾਰੇ ਹੋਰ ਇਲਜ਼ਾਮ ਜਿਹੜੇ ਨੇ ਉਹ ਲਾਉਣੇ ਸ਼ੁਰੂ ਕਰ ਦਿੱਤੇ ਗਏ। ਉਸ ਉੱਤੇ ਚਰਚਾ ਕਰਾਂਗੇ। ਚਰਚਾ ਹੋਰ ਵੀ ਨੇ ਕਰਨੇ ਵਾਲੀਆਂ ਤੇ ਮੇਰੇ ਨਾਲ ਇਸ ਸਮੇਂ ਮੌਜੂਦ ਨੇ ਮਾਨ ਸਿੰਘ ਮਾਨ ਹੋਣੀ, ਉਹਨਾਂ ਨਾਲ ਚਰਚਾ ਕਰ ਲੈਂਦੇ ਹਾਂ। ਮਾਨ ਸਾਹਿਬ, ਇੱਕ ਪਲੇਅਰ ਹੈ, ਇੰਡੀਆ ਦੀ ਟੀਮ 'ਚੋਂ ਖੇਡਦਾ ਹੈ, ਪਾਕਿਸਤਾਨ ਨਾਲ ਮੈਚ ਹੁੰਦਾ ਹੈ, ਮੈਚ ਡਾਮਾਡੋਲ ਹੁੰਦਾ ਤੇ ਟਰੋਲ ਹੋਣੇ ਸ਼ੁਰੂ ਹੁੰਦੇ ਨੇ, ਇਲਜ਼ਾਮਬਾਜ਼ੀਆਂ ਲੱਗਦੀਆਂ ਨੇ, ਖਾਲਿਸਤਾਨੀ ਜਾਂ ਹੋਰ ਬਹੁਤ ਸਾਰੀਆਂ ਸ਼ਬਦਾਵਲੀਆਂ ਉਹਦੇ ਲਈ ਵਰਤੀਆਂ ਜਾ ਰਹੀਆਂ, ਉਸ ਨੂੰ ਕਿਸ ਤਰੀਕੇ ਨਾਲ? ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨੀ ਕਿਸੇ ਨੂੰ ਕਹਿਣਾ ਮੈਂ ਸਮਝਦਾ ਬੜੇ ਫਖਰ ਦੀ ਗੱਲ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਖੜਾ ਕੀਤਾ ਸੀ ਜਾਤ ਪਾਤ ਨੂੰ ਭੰਗ ਕਰਕੇ ਬਰਾਬਰਤਾ ਦੇ ਨਾਲ। ਜਿਸ ਖਾਲਸਾ ਪੰਥ ਨੇ ਜਾ ਕੇ ਪਹਿਲਾ ਖਾਲਸਾ ਰਾਜ ਫਤਿਹਗੜ੍ਹ ਸਾਹਿਬ ਦੇ ਵਿੱਚ ਸਾਡੇ ਬਾਬਾ ਬੰਦਾ ਸਿੰਘ ਬਹਾਦਰ ਨੇ ਉੱਥੇ ਇੱਟ ਨਾਲ ਇੱਟ ਖੜਕਾ ਕੇ ਸਾਹਿਬਜ਼ਾਦਿਆਂ ਦਾ ਇਨਸਾਫ ਲਿੱਤਾ, ਮਾਤਾ ਗੁਜਰੀ ਜੀ ਦਾ ਇਨਸਾਫ ਲਿੱਤਾ। ਔਰ ਮੈਂ ਸਮਝਦਾ ਖਾਲਸਾ ਹੋਣਾ ਉਹ ਮਹਾਰਾਜਾ ਰਣਜੀਤ ਸਿੰਘ ਦਾ ਫੌਜ ਦਾ ਮੈਨੂੰ ਯਾਦ ਆਉਂਦਾ ਹੈ, ਜਿਹਨੇ ਜਾ ਕੇ ਅਫਗਾਨਿਸਤਾਨ ਤੋਂ ਲੈ ਕੇ ਚੀਨ ਦੇ ਬਾਰਡਰ ਤਾਈਂ ਸਾਡੇ ਅੱਜ ਬਾਰਡਰ ਬਣਾਏ ਹੈਗੇ ਆ। ਔਰ ਖਾਲਸਾ ਰਾਜ ਦੇ ਵਿੱਚ ਬਰਾਬਰਤਾ ਮਿਲੀ ਹੈਗੀ ਹੈ, ਕਿਸੇ ਜਾਤ ਪਾਤ ਦੇ ਆਧਾਰ ਤੇ ਵਿਤਕਰੇ ਨਹੀਂ ਹੋਏ, ਹਰੇਕ ਨੂੰ ਨਾਲ ਰੱਖਿਆ, ਹਿੰਦੂ ਨੂੰ ਵੀ ਮੁਸਲਮਾਨ ਨੂੰ ਵੀ। ਮੈਂ ਸਮਝਦਾ ਕਿ ਇਹ ਬਹੁਤ ਮਾਣ ਦੀ ਗੱਲ ਹੈ ਤੇ ਸਗੋਂ ਮੈਂ ਕਹਿੰਦਾ ਕਿ ਇਹ ਬਹੁਤ ਡਰਪੋਕ ਇਹ ਦੇਸ਼ ਹੈ ਜਿਹੜਾ ਆਪਣੇ ਪਾਰਲੀਮੈਂਟ 'ਚ ਕਹਿੰਦਾ ਕਿ ਖਾਲਿਸਤਾਨ ਸ਼ਬਦ ਤੁਸੀਂ ਵਰਤ ਹੀ ਨਹੀਂ ਸਕਦੇ। ਇਹ ਬਹੁਤ ਕਾਇਰ ਤੇ ਡਰਪੋਕ ਦੇਸ਼ ਹੈ। ਮਾਨ ਸਾਹਿਬ, ਇੱਥੇ ਜਿਹੜਾ ਇਹ ਸ਼ਬਦ ਵਰਤਿਆ ਜਾ ਰਿਹਾ, ਜਿਹੜੇ ਵਰਤਣ ਵਾਲੇ ਨੇ ਉਹ ਅੱਤਵਾਦੀ ਜਾਂ ਜੇ ਅਸੀਂ ਕਹੀਏ ਤਾਂ ਟੈਰਰਿਜ਼ਮ ਦੇ ਤੌਰ ਤੇ ਇਸ ਸ਼ਬਦ ਨੂੰ ਜੋੜਦੇ ਨੇ ਸਾਡੇ ਸਿੱਖਾਂ ਨਾਲ ਜਾਂ ਸਿੱਖ ਸ਼ਖਸੀਅਤ ਨਾਲ। ਇਹ ਭਾਰਤ ਦੇਸ਼ ਨੇ ਮੁੱਢ ਤੋਂ ਸਾਡੀ ਡੈਫਾਮੇਸ਼ਨ ਕੀਤੀ ਹੋਈ ਹੈ। ਇਹਨਾਂ ਨੇ ਹਮੇਸ਼ਾ ਸਾਨੂੰ ਰੈਡੀਕਲ, ਟੈਰਰਿਸਟ ਔਰ ਉਹ ਸਾਡੇ ਮਨ ਦੀ ਆਸ ਨਾਲ ਖਾਲਿਸਤਾਨ ਨਾਲ ਇਹ ਸ਼ਬਦ ਜੋੜ ਕੇ ਇਹ ਭਾਰਤ ਦੇਸ਼ ਨੇ ਮੁੱਢ ਤੋਂ ਕੀਤਾ ਹੋਇਆ ਹੈਗਾ। ਜਿਵੇਂ ਪੁਰਾਣੇ ਸਮੇਂ ਦੇ ਵਿੱਚ ਮਨੂ ਦੀ ਸੋਚ ਅਧੀਨ ਕਿਸੇ ਨੂੰ ਸ਼ੂਦਰ ਕਰਕੇ ਉਹਦੇ ਸਾਰੇ ਹੱਕ ਖੋਹ ਲੈਂਦੇ ਸੀ, ਉਹਦੇ ਉੱਤੇ ਕੋਈ ਵੀ ਵਾਰ ਹੋ ਸਕਦੇ ਸੀ, ਉਹਦੀਆਂ ਜਨਾਨੀਆਂ ਨੰਗੀਆਂ ਸਾਹਮਣੇ ਪੇਸ਼ ਕਰਦੇ ਹੁੰਦੇ ਸੀਗੇ। ਇਹ ਸਾਨੂੰ ਅੱਜ ਉਸ ਖਿਤਾਬ 'ਚ ਖੜਾ ਕਰਨਾ ਚਾਹੁੰਦੇ ਆ। ਇਹ ਦੇਸ਼ ਦੀ ਨੀਤ ਹੈ ਹੀ ਇਹੋ ਜਿਹੀ, ਔਰ ਇਹ ਉਹੀ ਬਾਹਮਣਵਾਦੀ ਸੋਚ ਅੱਜ ਇਸ ਦੇਸ਼ 'ਤੇ ਲਾਗੂ ਹੈ ਜਿਹੜੀ ਮਨੂ ਸਮਿਤੀ ਦੇ ਵਿੱਚ ਪੇਸ਼ ਸੀਗੀ। ਉਹ ਸੋਚ ਅਧੀਨ ਇਹ ਸਾਡੇ ਉੱਤੇ ਇਹੋ ਜਿਹੀਆਂ ਗੱਲਾਂ ਕਰ ਰਹੇ ਆ। ਲੱਗਦਾ ਕਿ ਕਿਸੇ ਵੀ ਜਾਤ ਪਾਤ ਧਰਮ ਦੇ ਵਿੱਚ ਕਿਸੇ ਇੱਕ ਪਲੇਅਰ ਨੂੰ ਵੰਡਣਾ, ਕਿਉਂਕਿ ਪਲੇਅਰ ਦੇਸ਼ ਦਾ ਸਾਂਝਾ ਹੁੰਦਾ, ਹਾਂ ਪਲੇਅਰ ਦੀ ਕੋਈ ਜਾਤ ਪਾਤ ਧਰਮ ਨਹੀਂ ਹੁੰਦਾ, ਤੇ ਪਲੇਅਰ ਨੂੰ ਵੰਡਣਾ ਤੇ ਉਹ ਬਿਲਕੁਲ ਸਹੀ ਹੈ। ਮੈਂ ਤਾਂ ਹਮੇਸ਼ਾ ਆਪਣੇ ਆਪ ਨੂੰ ਸਿੱਖ ਸਮਝਿਆ। ਮੈਂ ਪਲੇਅਰ ਨਹੀਂ ਹਾਂ, ਪਰ ਜੇ ਮੈਂ ਖੇਡਦਾ ਤਾਂ ਮੈਨੂੰ ਜੇ ਕੋਈ ਕਹਿੰਦਾ ਸਿੱਖ ਪਲੇਅਰ, ਮੈਂ ਤਾਂ ਮਾਣ ਮਹਿਸੂਸ ਕਰਦਾ। ਖਾਲਸਾ ਪਲੇਅਰ ਕਹਿੰਦਾ ਮੈਂ ਹੋਰ ਮਾਣ ਮਹਿਸੂਸ ਕਹਿੰਦਾ, ਖਾਲਿਸਤਾਨੀ ਪਲੇਅਰ ਕਹਿੰਦਾ ਤਾਂ ਮੈਂ ਉਸ ਤੋਂ ਵੱਧ ਮਾਣ ਮਹਿਸੂਸ ਆ। ਜੇ ਅਸੀਂ ਦੂਜੀ ਪਾਰਟੀ ਦੀ ਗੱਲ ਕਰੀਏ, ਕਾਂਗਰਸ ਦੀ ਗੱਲ ਕਰੀਏ, ਤਾਂ ਉਹ ਇਹ ਕਹਿੰਦੀ ਹੈ ਕਿ ਜਾਣ ਬੁੱਝ ਕੇ ਧਾਰਮਿਕ ਰੰਗਤ ਦਿੱਤੀ ਜਾ ਰਹੀ ਹੈ ਸਾਰੇ ਮੁੱਦਿਆਂ ਨੂੰ, ਕਿਉਂਕਿ ਜਿਹੜੀ ਮੌਜੂਦਾ ਸੈਂਟਰ ਦੀ ਸਰਕਾਰ ਆ ਉਹ ਨਹੀਂ ਚਾਹੁੰਦੀ ਹੈਗੀ ਕਿ ਜਿਹੜੀਆਂ ਘੱਟ ਗਿਣਤੀਆਂ ਨੇ ਉਹ ਸਰਵਾਈਵ ਕਰ ਸਕਣ। ਕਾਂਗਰਸ ਖੁਦ ਨੇ ਸਿੱਖਾਂ ਦਾ ਸ਼ਿਕਾਰ 1984 'ਚ ਕੀਤਾ ਹੈ। ਰਾਜੀਵ ਗਾਂਧੀ ਨੇ ਕਹਿ ਕੇ ਵੱਡਾ ਪੇਟ ਦੇਖਦਾ ਧਰਤੀ ਹਿਲਤੀ ਹੈ, ਉਹਨੇ ਸਾਡੇ ਸਿੱਖਾਂ ਦਾ ਕਤਲੇਆਮ ਜੈਨੋਸਾਈਡ ਕੀਤਾ ਹੈਗਾ। ਔਰ ਇਹ ਜੇ ਚੀਜ਼ ਆਪਾਂ ਦੇਖੀਏ ਕਾਂਗਰਸ ਦੇ ਵਿੱਚ ਹੀ ਬਸੀ ਹੋਈ ਸੀਗੀ। ਅੱਜ ਜੇ ਇਸ ਗੱਲ ਨੂੰ ਸਿਆਣਦੀ ਹੈ ਤੇ ਉਹਦੇ ਬਾਰੇ ਆਪਣੇ ਪਿਛਲੇ ਇਤਿਹਾਸ ਨੂੰ
ਸਾਹਮਣੇ ਰੱਖ ਕੇ ਉਹਦੇ ਉੱਤੇ ਕਾਨੂੰਨੀ ਕਾਰਵਾਈ ਕਰਾ ਕੇ ਉਹ ਇਸ ਪਾਸੇ ਆਉਂਦੀ ਹੈ ਕਿ ਧਰਮ ਅਧੀਨ ਸਾਨੂੰ ਨਹੀਂ ਵਿਤਕਰਾ ਕਰਨਾ ਚਾਹੀਦਾ, ਤਾਂ ਮੈਂ ਸਮਝਦਾ ਕਿ ਉਹਨਾਂ ਦੀ ਵਡਿਆਈ ਹੋਊਗੀ। ਇਲਜ਼ਾਮ ਵੀ ਮੌਜੂਦਾ ਜਿਹੜੀ ਗਵਰਨਮੈਂਟ ਤੇ ਲਾਉਂਦੇ ਆ ਕਿ ਧਰਮ ਦੀ ਵਿਤਕਰਾ ਉਹ ਕਰ ਰਹੇ ਨੇ, ਲਗਾਤਾਰ ਕੱਪੜਿਆਂ ਦੇ ਰੰਗਾਂ ਨੂੰ ਲੈ ਕੇ ਵਿਤਕਰਾ ਹੁੰਦਾ ਹੈ, ਸਾਡੇ ਸ਼ਬਦਾਂ ਨੂੰ ਲੈ ਕੇ ਵਿਤਕਰਾ ਹੁੰਦਾ, ਖਾਣ ਪੀਣ ਨੂੰ ਲੈ ਕੇ ਵੀ ਵਿਤਕਰਾ ਹੋਣਾ ਸ਼ੁਰੂ ਹੋ ਗਿਆ ਵੀ ਮਿਡ ਡੇ ਮੀਲ 'ਚ ਅੰਡਾ ਨਹੀਂ ਦੇਣਾ ਤਾਂ ਕੁਝ ਹੋਰ ਨਹੀਂ ਕਰਨਾ। ਮੈਂ ਕਿਹਾ ਕਿ ਇਹ ਕਰ ਰਹੀ ਹੈ ਕਾਂਗਰਸ, ਇਹਦੀ ਮੋਢੀ ਹੈ। ਕਾਂਗਰਸ ਮੋਢੀ ਲੱਗਦੀ ਹੈ। ਮਤਲਬ ਇੱਕ ਗੱਲ ਹੋਰ ਜਿਹੜੀ ਸਾਹਮਣੇ ਆਉਂਦੀ ਹੈ ਕਿ ਲਗਾਤਾਰ ਜਿਹੜੀਆਂ ਡਿਬੇਟਾਂ ਹੁੰਦੀਆਂ ਨੇ ਅੱਜ ਕੱਲ੍ਹ ਟੀਵੀ ਚੈਨਲ ਦੇਖੋ ਕਿ ਦੇਸ਼ ਕਿੱਧਰ ਨੂੰ ਜਾ ਰਿਹਾ ਉਸ ਉੱਤੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ, ਨੌਕਰੀਆਂ ਦੀ ਗੱਲ ਹੈ ਉਸ ਉੱਤੇ ਗੱਲ ਨਹੀਂ ਕਰਨਾ ਚਾਹੁੰਦਾ, GDP ਡਾਊਨ ਹੁੰਦੀ ਉਸ ਤੇ ਗੱਲ ਨਹੀਂ, ਪਰ ਧਾਰਮਿਕ ਡਿਬੇਟਾਂ ਹੋਣੀਆਂ ਸ਼ੁਰੂ ਹੋ ਗਈਆਂ ਨੇ। ਕੀ ਲੱਗਦਾ ਕਿ ਧਾਰਮਿਕ ਡਿਬੇਟਾਂ ਹੀ ਸਾਡਾ ਹੱਲ ਹੈ ਜਾਂ ਧਰਮ ਦੀ ਡਿਬੇਟਾਂ ਨੂੰ ਇੱਕ ਸਾਈਡ ਤੇ ਰੱਖ ਕੇ ਸਾਨੂੰ ਜਿਹੜਾ ਆਪਣੇ ਚੜ੍ਹਦੇ ਸੂਰਜ ਵੱਲ ਦੇਖਣਾ? ਮੈਂ ਕਦੀ ਵੀ ਧਰਮ ਨੂੰ ਕਿਸੇ ਚੀਜ਼ ਤੋਂ ਅਲੱਗ ਨਹੀਂ ਸਮਝਦਾ, ਪਰ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਤਰੱਕੀ ਦੀ ਗੱਲ ਹੋਣੀ ਚਾਹੀਦੀ ਹੈ। ਤਰੱਕੀ ਹਰੇਕ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਆਰਥਿਕ, ਸਿਹਤ ਪੱਖੀ, ਆਪਣੇ ਸਪਿਰਿਚੁਅਲ ਧਾਰਮਿਕ ਪੱਖੀ, ਹਰੇਕ ਚੀਜ਼ ਦੀ ਤਰੱਕੀ ਵਾਧੇ ਹੋਣੇ ਚਾਹੀਦੇ ਹੈਗੇ ਆ। ਸੋ ਮੈਂ ਤੁਹਾਡੇ ਨਾਲ ਕੁਝ ਪੱਖ ਤੱਕ ਸਹਿਮਤ ਹਾਂ, ਪਰ ਮੈਂ ਆਪਣੇ ਧਰਮ ਨੂੰ ਕੋਈ ਕਮਜ਼ੋਰੀ ਨਹੀਂ ਸਮਝਦਾ। ਠੀਕ ਹੈ, ਪਰ ਹੁਣ ਜੇ ਅਸੀਂ ਮੌਜੂਦਾ ਹਾਲਾਤਾਂ ਦੀ ਗੱਲ ਕਰ ਲੈਂਦੇ ਹਾਂ, ਠੀਕ ਆ, ਬਾਹਰਲਿਆਂ ਤੇ ਅਸੀਂ ਇਲਜ਼ਾਮ ਲਾ ਰਹੇ ਹਾਂ ਜਾਂ ਬਾਹਰਲਿਆਂ ਤੇ ਅਸੀਂ ਤੰਜ ਕੱਸ ਦਿੰਦੇ ਹਾਂ, ਪਰ ਸਾਡੇ ਖੁਦ ਆਪਣੇ ਨੇ, ਆਪਣੀ ਸਾਡੀ SGPC ਆ ਜਾਂ ਆਪਣੇ ਸਾਡੇ ਅਦਾਰੇ ਨੇ, ਸਾਨੂੰ ਉਹਨਾਂ ਦੇ ਹੱਕਾਂ ਲਈ ਵੀ ਹੁਣ ਲੜਨਾ ਪੈ ਰਿਹਾ। ਹੁਣ ਤੁਸੀਂ ਖੁਦ ਉਹਨਾਂ ਦੇ ਹੱਕ ਲਈ ਲੜ ਰਹੇ ਹੋ, ਚੋਣਾਂ ਲਈ ਲੜ ਰਹੇ ਹੋ, ਤੇ ਕਿੰਨਾ ਕੁ ਸਹੀ ਹੈ? ਦੇਖੋ ਜੀ, ਇਹ ਤਾਂ ਸ਼ਰੇਆਮ ਧੱਕਾ ਸਿੱਖਾਂ ਨਾਲ ਚੱਲਦਾ ਆ ਰਿਹਾ। ਸਾਨੂੰ ਆਜ਼ਾਦੀ ਤੇ ਸਾਨੂੰ ਵੱਖਰਾ ਦੇਸ਼ ਨਹੀਂ ਮਿਲਿਆ, ਆਜ਼ਾਦੀ ਤੇ ਸਾਨੂੰ ਉਜਾੜਾ ਕਰਕੇ ਉਧਰ ਇੱਥੇ ਆਉਣਾ ਪਿਆ ਹੈਗਾ, ਉਹ ਘਾਟੇ ਖਾਦੇ, ਫਿਰ ਪੰਜਾਬ ਸੂਬਾ, ਪੰਜਾਬੀ ਸੂਬੇ ਵਾਸਤੇ ਸਾਡੇ ਘਾਟੇ ਕੀਤੇ, ਸਾਡੇ ਪਾਣੀ ਖੋਈ ਗਏ, ਸਾਨੂੰ ਮੁੜ ਇੱਥੇ ਵਸਨੀਕ ਹੋ ਕੇ ਸਾਡੇ ਲਈ ਕੋਈ ਇਹੋ ਜਿਹੀ ਐਡਵਾਂਸਮੈਂਟ ਨਹੀਂ ਕੀਤੀ, ਬਾਰਡਰ ਬੰਦ ਕੀਤੇ, ਸੀਲ ਕੀਤੇ, ਆਵਾ ਜਾਵਾ ਹੈ ਨਹੀਂ ਗੀ, ਵਿਛੜੇ ਗੁਰਧਾਮ ਅਸੀਂ ਤਰਸਦੇ ਹਾਂ, ਅਰਦਾਸਾਂ ਕਰਦੇ ਹਾਂ। ਔਰ ਮੈਂ ਸਮਝਦਾ ਹਾਂ ਕਿ ਸਰਕਾਰ ਨੇ ਇੰਨਾ ਵਿਤਕਰਾ ਸਾਡੇ ਨਾਲ ਰੱਖਿਆ ਕਿ 1984 ਤੇ ਸ਼ਰੇਆਮ ਸਿੱਧੇ ਹਰਿਮੰਦਰ ਅਕਾਲ ਤਖਤ ਸਾਹਿਬ ਗੋਲਿਆਂ ਨਾਲ ਇਹਨਾਂ ਨੇ ਢਹਿ ਢੇਰੀ ਕਰਤੇ, ਔਰ ਸਾਡੇ ਉੱਤੇ ਵਾਰ ਕਰਦੇ ਹੋਏ ਪੁਲਿਸ ਨੇ ਜ਼ਬਰ ਕੀਤਾ, CRP ਨੇ, ਮਿਲਟਰੀ ਨੇ, ਔਰ ਦਿੱਲੀ ਦੇ ਵਿੱਚ ਤਾਂ ਸਿਰੇ ਲਾਤੀ ਗੱਲ, ਜਿੱਥੇ ਕੈਪੀਟਲ ਆਫ ਇੰਡੀਆ ਉੱਥੇ ਆਰਮੀ, ਨੇਵੀ, 에ਅਰ ਫੋਰਸ, CRP, ITBP ਸਾਰੇ ਡਿਫੈਂਸ ਫੋਰਸਿਸ ਹੈਗੀਆਂ, 3 ਦਿਨ ਬਾਹਰ ਹੀ ਨਹੀਂ ਨਿਕਲੀਆਂ। ਸਾਡੇ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ, ਸਾਡੀਆਂ ਬੀਬੀਆਂ ਰੇਪ ਕਰਕੇ, ਬੱਚੇ ਵੱਢ ਕੇ, ਸਾਡੇ ਧਰਮ ਦੇ ਉੱਤੇ ਇੰਨਾ ਜ਼ਬਰ ਕੀਤਾ ਕਿ ਮਾਵਾਂ ਨੇ ਖੁਦ ਸਾਡੇ ਬੱਚਿਆਂ ਦੇ ਸਿਰ ਮੁਣ ਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਸਿੱਖ ਨਾ ਕਹੋ ਆਪਣੇ ਆਪ ਨੂੰ। ਇਹ ਜ਼ਬਰ ਦੇ ਅਧੀਨ ਸਾਡੇ ਧਰਮ ਨੂੰ ਤਬਦੀਲ ਕਰਕੇ, ਸਾਨੂੰ ਨੀਵਾਂ ਦਿਖਾ ਕੇ, ਜ਼ਬਰ ਕਰਕੇ, ਸਾਨੂੰ ਮਾਰ ਕੇ, ਵੱਢ ਕੇ, ਸਭ ਤੋਂ ਜ਼ਿਆਦਾ ਧਰਮ ਤਬਦੀਲੀ ਇਸ ਦੇਸ਼ ਨੇ ਕੀਤੀ ਹੈ। ਤੁਸੀਂ ਕਿਸੇ ਵੀ ਪੁਲਿਸ ਜਾ ਕੇ ਲਾਈਨ 'ਚ ਦੇਖ ਲਓ, ਸਾਰਿਆਂ ਦੀਆਂ ਦਾੜੀਆਂ ਕੱਟੀਆਂ ਹੋਣਗੀਆਂ, ਕੋਈ ਵੀ ਤੁਹਾਨੂੰ ਸਾਬਤ ਸਰੂਪ ਮਿਲੂਗਾ ਨਹੀਂ, ਕਿਉਂਕਿ ਇਹ ਦੇਸ਼ ਨੇ ਇਹੋ ਜਿਹਾ ਸਾਡੇ ਉੱਤੇ ਇਲਜ਼ਾਮ ਲਾਇਆ ਕਿ ਇਹ ਗੰਦੇ ਹੈ, ਮਲੇਸ਼ ਹੈ, ਸ਼ੂਦਰ ਹੈ, ਆਤੰਕਵਾਦੀ ਹੈ, ਰੈਡੀਕਲ ਹੈ, ਇਹਨਾਂ ਦੇ ਕੋਈ ਮਨੁੱਖੀ ਅਧਿਕਾਰ ਨਹੀਂ, ਇਹਨਾਂ ਨੂੰ ਮਾਰੋ, ਵੱਢੋ ਤੇ ਕੱਢੋ। ਠੀਕ ਹੈ, ਬਿਲਕੁਲ ਗੱਲ ਸਹੀ ਹੈ। ਹੁਣ ਜਥੇਦਾਰ ਹੋਣਾ ਤਾਜ਼ਾ ਬਿਆਨ ਹੈ, SGPC ਦੇ ਮੈਂ ਬਾਅਦ ਚੋਂ ਜਾਵਾਂਗੇ, ਪਹਿਲਾਂ ਜਥੇਦਾਰ ਬਿਆਨ ਦਿੰਦੇ ਨੇ ਕਿ ਜਿਹੜੇ ਸਾਈ ਸਾਡੇ ਉੱਤੇ ਜਿਹੜੇ ਨੇ ਹਾਵੀ ਹੁੰਦੇ ਜਾ ਰਹੇ ਨੇ, ਲਗਾਤਾਰ ਅਸੀਂ ਧਰਮ ਪਰਿਵਰਤਨ ਕਰ ਰਹੇ ਹਾਂ। ਕਸੂਰਵਾਰ ਕਿਤੇ ਅਸੀਂ ਨਹੀਂ, ਕਿਉਂਕਿ ਅਸੀਂ, ਸਾਡੇ ਪ੍ਰਚਾਰਕ ਸਹੀ ਕੰਮ ਨਹੀਂ ਕਰ ਰਹੇ, ਸਾਡੇ ਪ੍ਰਚਾਰਕ ਨਹੀਂ ਜਿਹੜੇ ਸਮਝਾ ਰਹੇ ਹੈਗੇ, ਅਸੀਂ ਦੂਜਿਆਂ ਦੇ ਉੱਤੇ ਉਂਗਲੀ ਚੱਕ ਰਹੇ ਹਾਂ। ਪਰ ਉਹੀ ਜੇ ਵਿਦੇਸ਼ਾਂ ਦੇ ਵਿੱਚ ਜਿਹੜੇ ਸਾਡੇ ਸਿੱਖ ਬੈਠੇ ਨੇ, ਫਿਰ ਉਹ ਕਿੱਥੋਂ ਸੇਫ ਰਹਿਣਗੇ ਜੇ ਅਸੀਂ ਸਿੱਧੇ ਈਸਾਈ ਧਰਮ ਨੂੰ ਜਾਂ ਦੂਜੇ ਨੂੰ ਮਾੜਾ ਕਹਿਣਾ? ਇਹ ਪ੍ਰਚਾਰ ਦੀ ਘਾਟ ਹੈ ਸਪਸ਼ਟ। ਜਿਹੜਾ SGPC ਹੈ ਉਹਨੇ ਆਪਣੇ ਗੁਰੂ ਘਰ ਦੀ ਦੌਲਤ ਕਦੀ 95 ਲੱਖ ਰਾਮ ਰਹੀਮ ਦੇ ਮਾਫੀਨਾਮੇ ਦੇ ਉੱਤੇ, ਜਿਹੜਾ ਬਲਾਤਕਾਰੀ ਤੇ ਖੂਨੀ ਬੰਦਾ ਹੈ ਉਹਦੇ ਉੱਤੇ ਲਾਤੇ ਹੈਗੇ ਆ। 10 ਕਰੋੜ ਸਤਿੰਦਰਪਾਲ ਸਿੰਘ ਕੋਹਲੀ CA ਸੁਖਬੀਰ ਬਾਦਲ ਦਾ ਉਹਦੇ ਤਨਖਾਹ 'ਚ ਦੇਤੇ, ਜਿੰਨੇ ਕਦੀ ਵੀ ਆਪਣੇ ਆਡਿਟ ਦਾ ਕੰਮ ਨਹੀਂ ਕੀਤਾ, ਆਪਣੀ ਨੌਕਰੀ ਨਹੀਂ ਨਿਭਾਈ ਹੈਗੀ, ਜਿਸ ਅਧੀਨ 328 ਸਰੂਪ ਰਫਾ ਦਫਾ ਹੋਏ ਆ, ਕਿਸੇ ਨੂੰ ਪਤਾ ਨਹੀਂ ਕਿਸ ਹਾਲਾਤ 'ਚ ਕਿੱਥੇ ਵੱਸਦੇ ਆ। ਔਰ ਇਹ ਸਾਰੀ ਜਿਹੜੀ ਇਹਨਾਂ ਦੇ ਪਾਰਟੀ ਨੇ ਕਾਰਜਕਾਰੀਆਂ ਕੀਤੀਆਂ, ਉਹਦੇ ਕਰਕੇ ਲੋਕ ਇਹਨਾਂ ਤੋਂ ਇੰਨਾ ਪਰੇਸ਼ਾਨ ਤੇ ਵਾਂਝੇ ਹੋ ਗਏ ਆ ਕਿ ਉਹ ਸਾਡੇ ਪ੍ਰਚਾਰਕ ਪਹੁੰਚ ਹੀ ਨਹੀਂ ਸਕ ਰਹੇ ਹੈਗੇ। ਦੇਖੋ, ਗਿਆਨੀ ਦਿੱਤ ਸਿੰਘ ਜਿਨ੍ਹਾਂ ਦਾ ਅੱਜ ਯਾਦਗਾਰੀ ਅਸੀਂ ਮਨਾ ਰਹੇ ਹਾਂ, ਉਹਨਾਂ ਨੇ ਖਾਲਸਾ ਅਖਬਾਰ ਚਲਾ ਕੇ ਸਿੱਖ ਜਗਤ ਨੂੰ ਇੰਨਾ ਪ੍ਰੇਰਿਤ ਕਰਕੇ ਚੱਕਿਆ ਸੀ ਕਿ ਅਸੀਂ ਆਪਣੇ ਗੁਰਦੁਆਰੇ ਆਜ਼ਾਦ ਕਰਾ ਲਏ। ਅੱਜ ਸਾਡੇ SGPC ਦਾ ਕੋਈ ਮਤਲਬ ਹੀ ਨਹੀਂ ਹੈਗਾ। PTC ਚੈਨਲ ਕਬਜ਼ੇ ਕਰੀ ਬੈਠਾ ਹੈਗਾ, ਹਰਮੰਦਰ ਸਾਹਿਬ ਦੀ ਗੁਰਬਾਣੀ, ਹਰਮੰਦਰ ਸਾਹਿਬ ਦੇ ਕੀਰਤਨ ਦਰਬਾਰ ਸਾਰੇ ਬਾਦਲ ਪਰਿਵਾਰ ਆਪਣੇ ਚੈਨਲ 'ਚ ਲੁੱਟ ਕੇ ਉੱਥੇ ਦਰਸ਼ਕ ਵਧਾ ਦਿੰਦਾ, ਕਿਉਂਕਿ ਹਰੇਕ ਹਰਮੰਦਰ ਸਾਹਿਬ ਦੀ ਬਾਣੀ ਤੇ ਕੀਰਤਨ ਦਰਬਾਰ ਨਾਲ ਜੁੜਿਆ, ਉਹ ਦਰਸ਼ਕ ਵੱਧ ਜਾਂਦੇ ਆ। ਇਹਨਾਂ ਦੇ ਜਿਹੜੇ ਪੈਸੇ ਮਿਲਦੇ ਆ ਐਡਵਰਟਾਈਜ਼ਮੈਂਟ
ਐਡਵਰਟਾਈਜ਼ਮੈਂਟ ਦੇ ਉਹ ਇਹਨਾਂ ਨੂੰ ਵੱਧ ਮਿਲ ਜਾਏ। ਸ਼ਰੇਆਮ ਗੁਰੂ ਘਰ ਦੀ ਗੋਲਕ ਦੀ ਲੁੱਟ ਹੋ ਰਹੀ ਹੈ। ਗੁਰੂ ਕੀ ਗੋਲਕ ਗਰੀਬ ਕਾ ਮੂੰਹ ਦਾ ਕਨਸੈਪਟ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ। ਇਹ ਆਪਣੇ ਬੱਚੇ ਉੱਥੇ ਪੜ੍ਹਾਈ ਜਾ ਰਹੇ ਹੈਗੇ ਆ ਮੈਡੀਕਲ ਕਾਲਜ 'ਚ ਮੁਫਤ 'ਚ। ਇਹਨਾਂ ਨੇ ਜ਼ਮੀਨਾਂ ਕਬਜ਼ੇ ਕੀਤੀਆਂ ਹੋਈਆਂ, ਟਰਸਟ ਬਣਾ ਕੇ ਖਾਈ ਜਾ ਰਹੇ ਆ, ਜ਼ਮੀਨਾਂ ਵੇਚ ਰਹੇ ਗੁਰੂ ਘਰ ਦੀਆਂ। ਫਿਰ ਮੈਨੂੰ ਦੱਸੋ ਤੁਹਾਡੇ ਪ੍ਰਚਾਰ ਪ੍ਰਤੀ ਸਮਾਂ ਕੀ ਹੈਗਾ? ਤੁਸੀਂ ਗਰੀਬਾਂ ਵਾਸਤੇ ਕਰ ਕੀ ਰਹੇ ਹੋ? ਸਾਡੇ ਗੁਰੂ ਘਰਾਂ 'ਚ ਅੱਜ ਟੈਲੀਮੈਡੀਸਨ ਹੋਣੀ ਚਾਹੀਦੀ ਹੈ। ਆਪਣੇ ਵੀਡੀਓ ਕਾਨਫਰੰਸਿੰਗ ਰਾਹੀਂ ਡਾਕਟਰ ਰਾਮਦਾਸ ਮੈਮੋਰੀਅਲ ਹਸਪਤਾਲ ਤੋਂ ਉੱਥੇ ਮਰੀਜ਼ਾਂ ਦੀ ਦੇਖ ਰੇਖ ਕਰ ਸਕਦੇ ਹੋਣ। ਉਹ ਜਾ ਕੇ ਟੈਲੀ ਐਜੂਕੇਸ਼ਨ ਰਾਹੀਂ ਆਪਣੇ ਬੱਚਿਆਂ ਨੂੰ ਗੁਰ ਇਤਿਹਾਸ ਨਾਲ ਜੋੜ ਸਕਣ, ਸਾਡੇ ਗੁਰਮੁਖੀ ਤੇ ਲਿਪੀ ਨਾਲ ਜੋੜ ਸਕਣ। ਉੱਥੇ ਸਾਇੰਸ ਤੇ ਮੈਥ ਪੜ੍ਹਾਏ। ਸਾਡੇ ਗੁਰੂ ਘਰਾਂ 'ਚ ਭਾਈਆਂ ਨੇ ਭਾਈ ਰੱਖ ਕੇ ਜਿਹੜੇ ਬੀਐਡ ਹੈਗੇ ਆ ਜਿਨ੍ਹਾਂ ਨੂੰ ਇਹ ਸਾਰੇ ਪਤਾ ਹੈ, ਉੱਥੇ ਸਕੂਲ ਲਾਏ ਜਾਣ। ਗੁਰੂ ਘਰਾਂ ਦੇ ਵਿੱਚ ਮਿਡ ਡੇ ਮੀਲ ਸਾਡੇ ਕਿਉਂ ਨਹੀਂ ਚੱਲ ਸਕਦੇ ਜਦ ਸਾਡੇ ਲੰਗਰ ਦੀ ਸੰਸਥਾ ਸਭ ਤੋਂ ਪੁਰਾਤਨ ਹੈਗੀ ਹੈ? ਉਹਦੇ ਵਿੱਚ ਪਨੀਰ, ਪ੍ਰੋਟੀਨ, ਕੋਈ ਉਹਦੇ ਵਿੱਚ ਵਿਟਾਮਿਨ ਤੇ ਮਿਨਰਲ ਉਹ ਪਾ ਕੇ ਅਸੀਂ ਬੱਚਿਆਂ ਨੂੰ ਕਿਉਂ ਨਹੀਂ ਦੇ ਸਕਦੇ ਹੈਗੇ? ਜਦ ਕੰਮ ਹੀ ਨਹੀਂ ਕੀਤਾ ਹੈਗਾ ਤੇ ਹੋਰਾਂ ਤੇ ਇਲਜ਼ਾਮ ਲਾ ਦੇਣੇ ਆ। ਔਰ ਉਹਦਾ ਵੀ ਦੋਸ਼ੀ ਭਾਰਤ ਸਟੇਟ ਹੈ ਜਿਨੇ ਸਾਡੇ ਚੋਣ ਕਰਾ ਕੇ ਇਹੋ ਜਿਹੇ ਗੰਦ ਨੂੰ ਕੱਢਣ ਦਾ ਮੌਕਾ ਹੀ ਨਹੀਂ ਦਿੱਤਾ। 11 ਸਾਲ ਲਗਾਤਾਰ ਸਾਨੂੰ ਰਗੜੀ ਗਏ ਆ, ਇਹਨਾਂ ਦੇ ਅਧੀਨ ਇਹਨਾਂ ਦੇ ਨੌਕਰ ਬਣਾਇਆ ਜੋ ਕਿ ਉਹਨਾਂ ਦੇ ਨੌਕਰ ਹੈ। ਔਰ ਇਸ ਕਰਕੇ ਸਾਡਾ ਗੁਰੂ ਘਰ ਅੱਜ ਚੱਲਦਾ ਨਹੀਂ ਹੈ। ਤੁਸੀਂ ਕਹਿੰਦੇ ਹੋ ਕਿ ਜੇ ਇਲੈਕਸ਼ਨ ਹੋ ਜਾਂਦੇ ਟਾਈਮ ਸਿਰ ਯਾਰ ਫਿਰ ਮਤਦਾਨ ਰਾਹੀਂ ਜਿਹੜਾ ਮਰਜ਼ੀ ਉੱਥੇ ਹੁੰਦਾ। ਅੱਜ ਇਹਨਾਂ ਨੂੰ ਕੀ ਕਹਿ ਸਕਦੇ ਹਾਂ? ਇਹ ਤਾਂ ਸੈਂਟਰ ਦੀ ਡਾਇਰੈਕਸ਼ਨ ਤੇ ਚੱਲਦੇ ਆ। ਫਿਰ ਸੈਂਟਰ ਕਹਿੰਦਾ ਕਿ ਆਰਐਸਐਸ ਦਾ ਬਿਆਨ ਇੱਕ ਵਾਰੀ ਆ ਗਿਆ ਕੋਈ 2-3 ਹਫ਼ਤੇ ਪਹਿਲਾਂ ਕਿ ਸਿੱਖ, ਉਹ ਆਰਐਸਐਸ ਦਾ ਬੰਦਾ ਕਹਿੰਦਾ ਸਿੱਖ ਤਾਂ ਤਬਦੀਲ ਹੋਈ ਜਾਂਦਾ। ਹੋਣੀ ਹੀ ਹੈ ਜਦ ਤੁਸੀਂ ਗੰਦ ਸਾਡੇ ਗੁਰੂ ਘਰਾਂ 'ਚ ਵਾੜਤਾ। ਬਿਲਕੁਲ ਗੱਲ ਸਹੀ ਹੈ ਵੀ ਸਿੱਖ ਕੇ, ਕਿਉਂਕਿ ਜਿਹੜੇ ਰਾਗੀ ਢਾਗੀ ਵੀ ਸਾਡੇ ਰੱਖੇ ਆ, ਪ੍ਰਚਾਰਕ ਰੱਖੇ ਆ, ਉਹਨਾਂ ਨੂੰ ਵਾਜਿਬ ਤਨਖਾਹ ਨਹੀਂ ਮਿਲਦੀ, ਬੱਚੇ ਉਹਨਾਂ ਦੇ ਨਹੀਂ ਪੜ੍ਹ ਰਹੇ, ਖਾਣ ਨੂੰ ਉਹਨਾਂ ਨੂੰ ਨਹੀਂ ਮਿਲਦਾ ਪਿਆ। ਫਿਰ ਕਿਸ ਤੋਂ ਉਮੀਦ ਅਸੀਂ ਕਰ ਲਈਏ ਕਿ ਉਹ ਪ੍ਰਚਾਰ ਜਿਹੜਾ ਸਹੀ ਕਰ ਦੂਗਾ ਤੇ ਸਾਡੇ ਲੋਕਾਂ ਨੂੰ ਮੁੜ ਸਾਡੇ ਨਾਲ ਜੋੜ ਦੂਗਾ? ਬਾਬਾ ਬੰਦਾ ਸਿੰਘ ਬਹਾਦਰ ਮੁੜ ਕੇ ਆਊ। ਫਿਰ ਕਿਸ ਤਰੀਕੇ ਦਾ ਹੁਣ ਹੱਲ ਹੋਵੇਗਾ? ਕਿ ਥਿਊਰੀ ਬਦਲ ਨਹੀਂ ਦੇਣੀ ਚਾਹੀਦੀ ਜਥੇਦਾਰ ਦੀ ਚੋਣ ਦੀ ਵੀ, ਕਿਉਂਕਿ ਇਹ ਡਰੇ ਨਾ ਰਵੇ ਸਾਡੇ ਜਥੇਦਾਰ ਨੂੰ ਕਿ ਮੈਂ ਕੱਲ੍ਹ ਨੂੰ ਬਦਲਿਆ ਜਾਊਂਗਾ ਤੇ ਜਿਹੜੇ ਪਾਰਟੀ ਮੇਰੇ ਸਿਰ ਤੇ ਸਵਾਰ ਹੈ ਉਹ ਮੈਨੂੰ ਬਦਲ ਦੂਗੀ, ਤੇ ਉਹਦੇ ਡਰ ਤੋਂ ਉਹ ਬਿਆਨ ਉਹਦੇ ਹੱਕ 'ਚ ਦੇ ਦਿੰਦਾ। ਜੇ ਆਪਾਂ ਥਿਊਰੀ ਉਹ ਬਦਲ ਦਈਏ ਚੋਣ ਕਰਨ ਦੀ ਜਥੇਦਾਰ ਦੀ। ਬਿਲਕੁਲ। ਸਾਡੇ ਸਿੱਖ ਧਰਮ ਸਿਰਫ ਪੰਜਾਬ ਦਾ ਨਹੀਂ, ਸਿੱਖ ਹਰਿਆਣਾ, ਹਿਮਾਚਲ ਤੋਂ ਇਲਾਵਾ ਹੋਰ ਸਟੇਟਾਂ 'ਚ ਵੱਸਦੇ ਆ, ਹੋਰ ਦੇਸ਼ਾਂ 'ਚ 150 ਦੇਸ਼ਾਂ 'ਚ ਵੱਸਦੇ ਆ। ਅਕਾਲ ਤਖਤ ਦਾ ਹੁਕਮਨਾਮਾ ਸਾਰਿਆਂ ਤੇ ਲਾਗੂ ਹੈ। ਔਰ ਜੇ ਉਹ ਲਾਗੂ ਹੈਗਾ ਫਿਰ ਉਹਨਾਂ ਦੀ ਵੋਟ ਰਾਹੀਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਿਯੁਕਤ ਹੋਣਾ ਚਾਹੀਦਾ ਹੈ। ਤਾਂ ਹੀ ਅਸੀਂ ਮੰਨਾਂਗੇ ਕਿ ਸਾਡੇ ਵੋਟ ਦਾ ਕੋਈ ਮਾਇਨਾ ਰਹਿੰਦਾ ਹੈਗਾ ਤੇ ਸਾਡੇ ਉੱਤੇ ਉਹਦਾ ਅਸਰ ਪਊਗਾ। ਤੇ ਜੇ ਆਪਾਂ ਇਹੋ ਜਿਹੇ ਬੰਦੇ ਜਿਹੜੇ ਲਿਫਾਫੇ 'ਚੋਂ ਕੱਢ ਕੇ ਅਸੀਂ ਪੇਸ਼ ਕਰੀ ਜਾਂਦੇ ਆ ਤਾਂ ਫਿਰ ਉਹਦੇ ਨਾਲ ਤਾਂ ਕਮਜ਼ੋਰ ਬੰਦੇ ਹੀ ਆਉਣਗੇ ਜੀ। ਹੱਲ ਕੀ ਹੈ? ਹੱਲ ਕੀ ਹੈ? ਸਾਨੂੰ ਆਪਣਾ ਇਲੈਕਟੋਰਲ ਸਿਸਟਮ, ਆਪਣੀ ਇਲੈਕਸ਼ਨ ਕਮਿਸ਼ਨ ਵੱਖਰੀ ਖੜੀ ਕਰਨੀ, ਆਪਣੇ ਜਥੇਦਾਰ ਦੇ ਚੋਣ ਵੱਖਰੇ ਖੜੇ ਕਰਨੇ ਔਰ ਆਪਣਾ ਜਿਹੜਾ ਐਸਜੀਪੀਸੀ ਦਾ ਸੰਵਿਧਾਨ ਆ ਉਹਨੂੰ ਤਬਦੀਲ ਕਰਨ ਦਾ ਹੱਲ ਹੈ ਜੀ। ਫਿਰ ਜਿਹੜੇ ਨੇ ਹੱਲ ਹੋ ਸਕਦੇ ਨੇ, ਸਾਡੀ ਕੌਮ ਵੀ ਬਚ ਸਕਦੀ ਹੈ ਜਾਂ ਜੇ ਦੂਜੀ ਕਰਨਾ ਪੈਣਾ। ਸਾਡੇ ਰਾਜ ਬਿਨਾਂ ਨਾ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਆ ਦਲੇ ਮਲੇ ਤਾਂ ਹੈ ਕਿਉਂਕਿ ਸਾਡਾ ਰਾਜ ਨਹੀਂ ਹੈਗਾ, ਗੁਲਾਮ ਹੈ। ਜਿਹੜੇ ਦੇਸ਼ਾਂ 'ਚ ਸਿੱਖ ਇਸ ਸਮੇਂ ਸਾਨੂੰ ਦੇਖ ਰਹੇ ਨੇ, ਅਸੀਂ ਬੇਨਤੀ ਕਰਦੇ ਹਾਂ ਜਿਹੜੇ ਕਹਿੰਦੇ ਆ ਖਾਲਿਸਤਾਨੀ ਅਰਸ਼ਦੀਪ ਨੂੰ, ਉਹ ਸਾਨੂੰ ਵੀ ਕਹਿ ਦੇਣ ਤੇ ਅਸਲ 'ਚ ਸਾਨੂੰ ਬਣਾ ਦੇਣ। ਫਿਰ ਸਾਡਾ ਰਾਜ ਹੋਊਗਾ, ਫਿਰ ਅਸੀਂ ਆਪਣਾ ਕੰਮ ਸਹੀ ਤਰੀਕਾ ਕਰਾਂਗੇ। ਰਾਜ ਨਾਲ ਹੱਲ ਹੋ ਜਾਏਗਾ। ਬਿਲਕੁਲ। ਰਾਜ ਬਿਨਾਂ ਨਾ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਸਾਡੇ ਨਾਲ ਮਾਨ ਸਿੰਘ ਮਾਨ ਹੋਣੀ ਜਿਹੜੇ ਨੇ ਚਰਚਾ ਕੀਤੀ ਆ ਅਰਸ਼ਦੀਪ ਨੂੰ ਲੈ ਕੇ ਤੇ तमाम ਹੋਰ ਮੁੱਦਿਆਂ ਨੂੰ ਲੈ ਕੇ। ਸੋ ਹੁਣ ਮੈਨੂੰ ਜਸਪ੍ਰੀਤ ਸਿੰਘ ਆਸ਼ਕ ਨੂੰ ਦੇ ਇਜਾਜ਼ਤ। ਦੇਖ ਰਿਹਾ ਟੀਵੀ ਪੰਜਾਬ। ਧੰਨਵਾਦ।